स्टार्ट। श्री मद भगवत गीता श्री गीता दे ਗਿਆਨ ਦੀ ਕਥਾ ਦੀ ਸ਼ੁਰੂਆਤ। ਪਹਿਲਾ ਅਧਿਆਇ। ਜਦੋਂ ਕੌਰਵ ਅਤੇ ਪਾਂਡਵ ਮਹਾਭਾਰਤ ਦੇ ਯੁੱਧ ਨੂੰ ਚੱਲੇ ਉਦੋਂ ਰਾਜਾ ਧ੍ਰਿਸ਼ਟਰਾਸ਼ਟਰ ਨੇ ਕਿਹਾ, ਮੈਂ ਵੀ ਯੁੱਧ ਨੂੰ ਦੇਖਣ ਲਈ ਚੱਲਾਂਗਾ। ਤਾਂ ਸ਼੍ਰੀ ਵਿਆਸ ਦੇਵ ਜੀ ਨੇ ਕਿਹਾ, ਹੇ ਰਾਜਾ, ਅੱਖਾਂ ਤੋਂ ਬਿਨਾਂ ਕੀ ਵੇਖੋਗੇ? ਤਾਂ ਰਾਜਾ ਧ੍ਰਿਸ਼ਟਰਾਸ਼ਟਰ ਨੇ ਕਿਹਾ, ਹੇ ਪ੍ਰਭੂ ਜੀ, ਵੇਖਾਂਗਾ ਨਹੀਂ ਤਾਂ ਸੁਣਾਂਗਾ ਤਾਂ ਸਹੀ ਡੰਡੀ। ਤਾਂ ਵਿਆਸ ਜੀ ਨੇ ਕਿਹਾ, ਹੇ ਰਾਜਾ, ਤੇਰਾ ਸਾਰਥੀ ਸੰਜੇ ਜੋ ਕੁਝ ਮਹਾਭਾਰਤ ਦੇ ਯੁੱਧ ਦੀ ਲੀਲਾ ਕੁਰੂਕਸ਼ੇਤਰ ਵਿੱਚ ਹੋਵੇਗੀ ਉਹ ਤੁਹਾਨੂੰ ਇੱਥੇ ਬੈਠਿਆਂ ਹੀ ਸੁਣਾਏਗਾ ਡੰਡੀ। ਵਿਆਸ ਦੇਵ ਜੀ ਦੇ ਮੂੰਹ ਤੋਂ ਇਹ ਵਚਨ ਸੁਣ ਕੇ ਸੰਜੇ ਨੇ ਬੇਨਤੀ ਕੀਤੀ, ਹੇ ਪ੍ਰਭੂ, ਇੱਥੇ ਹਸਤਨਾਪੁਰ ਵਿੱਚ ਬੈਠਿਆਂ ਮੈਂ ਕੁਰੂਕਸ਼ੇਤਰ ਦੀ ਲੀਲਾ ਕਿਵੇਂ ਜਾਣਾਂਗਾ ਅਤੇ ਰਾਜਾ ਨੂੰ ਕਿਵੇਂ ਕਹਾਂਗਾ? ਤਾਂ ਵਿਆਸ ਜੀ ਨੇ ਖੁਸ਼ ਹੋ ਕੇ ਸੰਜੇ ਨੂੰ ਇਹ ਵਚਨ ਕਿਹਾ, ਹੇ ਸੰਜੇ, ਮੇਰੀ ਕਿਰਪਾ ਨਾਲ ਤੈਨੂੰ ਇੱਥੋਂ ਹੀ ਸਭ ਕੁਝ ਦਿਖਾਈ ਦੇਵੇਗਾ ਡੰਡੀ। ਵਿਆਸ ਜੀ ਦੇ ਇੰਨਾ ਕਹਿੰਦਿਆਂ ਹੀ ਉਸੇ ਸਮੇਂ ਹੀ ਸੰਜੇ ਦੀ ਦਿਵਯ ਦ੍ਰਿਸ਼ਟੀ ਹੋਈ ਅਤੇ ਉਸ ਦੀ ਬੁੱਧੀ ਵੀ ਦਿਵਯ ਹੋਈ ਡੰਡੀ। ਹੁਣ ਅੱਗੇ ਮਹਾਭਾਰਤ ਦੀ ਲੀਲਾ ਕਹਿੰਦੇ ਹਨ, ਸੋ ਸੁਣੋ। ਸੱਤ ਅਕੋਤ੍ਰਿਸ਼ਨੀ ਸੈਨਾ ਪਾਂਡਵਾਂ ਦੀ ਅਤੇ 11 ਅਕਸ਼ੋਹਿਣੀ ਸੈਨਾ ਕੌਰਵਾਂ ਦੀ, ਇਹ ਦੋਨੋਂ ਸੈਨਾਵਾਂ ਕੁਰੂਕਸ਼ੇਤਰ ਵਿੱਚ ਜਾ ਇਕੱਠੀਆਂ ਹੋਈਆਂ ਡੰਡੀ। ਧ੍ਰਿਸ਼ਟਰਾਸ਼ਟਰ ਨੇ ਪੁੱਛਿਆ, ਹੇ ਸੰਜੇ, ਧਰਮ ਦੇ ਖੇਤਰ ਕੁਰੂਕਸ਼ੇਤਰ ਵਿੱਚ ਯੁੱਧ ਦੀ ਇੱਛਾ ਨਾਲ ਇਕੱਠੇ ਹੋਏ ਮੇਰੇ ਪੁੱਤਰਾਂ ਅਤੇ ਪਾਂਡੂ ਦੇ ਪੁੱਤਰਾਂ ਨੇ ਕੀ ਕੀਤਾ? ਸੰਜੇ ਨੇ ਕਿਹਾ, ਪਾਂਡਵਾਂ ਦੀ ਸੈਨਾ ਨੂੰ ਵਿਉਂਤ ਇਕੱਠ ਵਿੱਚ ਦੇਖ ਕੇ ਦੁਰਯੋਧਨ ਆਚਾਰੀਆ ਦ੍ਰੋਣ ਦੇ ਨੇੜੇ ਜਾ ਕੇ ਕਹਿਣ ਲੱਗੇ, ਹੇ ਆਚਾਰੀਆ, ਵੇਖੋ, ਤੁਹਾਡੇ ਚੇਲੇ ਬੁੱਧੀਮਾਨ ਦ੍ਰੁਪਦ ਪੁੱਤਰ ਨੇ ਪਾਂਡਵਾਂ ਦੀ ਵੱਡੀ ਸੈਨਾ ਦੀ ਕਿਵੇਂ ਵਿਊਹ ਰਚਨਾ ਕੀਤੀ ਹੈ ਡੰਡੀ। ਇਸ ਸੈਨਾ ਵਿੱਚ ਅਰਜੁਨ, ਭੀਮ ਵਰਗੇ ਵੱਡੇ ਵੱਡੇ ਧਨੁਸ਼ਧਾਰੀ ਬਹਾਦਰ, ਵਿਰਾਟ, ਮਹਾਰਥੀ, ਦ੍ਰੁਪਦ, ਧ੍ਰਿਸ਼ਟਕੇਤੂ, ਚੇਕਨਤਾਨ, ਬਲਵਾਨ, ਰਾਸ਼ੀਰਾਜ, ਪੁਰਜਿਤ, ਕੁੰਤੀ ਭੋਜ, ਮਨੁੱਖਾਂ ਵਿੱਚੋਂ ਸ੍ਰੇਸ਼ਟ, ਸ਼ੈਂਬੀਆ, ਪਰਾਕਰਮੀ, ਯੁੱਧਮਾਨਿਓ, ਬਲਵਾਨ, ਔਤਮੂਜਾ, ਇਮਾਨਿਓ ਅਤੇ ਦ੍ਰੋਪਦੀ ਦੇ ਪੰਜੇ ਪੁੱਤਰ, ਇਹ ਸਾਰੇ ਮਹਾਰਥੀ ਖੜੇ ਹਨ ਡੰਡੀ। ਹੇ ਬ੍ਰਾਹਮਣ ਸ੍ਰੇਸ਼ਟ, ਤੁਹਾਡੀ ਜਾਣਕਾਰੀ ਲਈ ਹੁਣ ਮੈਂ ਆਪਣੀ ਸੈਨਾ ਦੇ ਪ੍ਰਧਾਨ ਸੈਨਾਪਤੀਆਂ ਦੇ ਨਾਂ ਬਿਆਨ ਕਰਦਾ ਹਾਂ ਡੰਡੀ। ਪਹਿਲਾਂ ਤੁਸੀਂ ਆਪ ਅਤੇ ਭੀਸ਼ਮ, ਕਰਨ, ਯੁੱਧ ਵਿਜੇਤਾ, ਕਿਰਪਾਚਾਰੀਆ, ਅਵਸਥਾਮਾ, ਵਿਕਰਨ, ਸੋਮਦੱਤ ਦਾ ਪੁੱਤਰ, ਭੂਰੀਸ਼ਰਵਾ ਅਤੇ ਹੋਰ ਬਹੁਤ ਸਾਰੇ ਸੂਰਵੀਰ ਮੇਰੇ ਵਾਸਤੇ ਜਾਨਾਂ ਤੱਕ ਦੇਣ ਲਈ ਤਿਆਰ ਹਨ ਡੰਡੀ। ਇਹ ਲੋਕ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਹਨ ਅਤੇ ਸਾਰੇ ਹੀ ਵਿੱਦਿਆ ਵਿੱਚ ਕੁਸ਼ਲ ਹਨ ਡੰਡੀ। ਸਾਡੀ ਸੈਨਾ ਦਾ ਜਿਸ ਦੇ ਰੱਖਿਅਕ ਭੀਮ ਹਨ ਜ਼ਿਆਦਾ ਤਾਕਤ ਹੈ ਡੰਡੀ। ਹੁਣ ਤੁਸੀਂ ਸਾਰੇ ਆਪਣੇ ਆਪਣੇ ਮੋਰਚਿਆਂ ਉੱਤੇ ਸਾਵਧਾਨ ਰਹਿ ਕੇ ਸੈਨਾਪਤੀ ਭੀਸ਼ਮ ਦੀ ਰੱਖਿਆ ਕਰੋ ਡੰਡੀ। ਗੁਰੂ ਬ੍ਰਿਧ ਭੀਸ਼ਮ ਪਿਤਾਮਾ ਨੇ ਦੁਰਯੋਧਨ ਨੂੰ ਖੁਸ਼ ਕਰਦਿਆਂ ਹੋਇਆਂ ਅਤੇ ਉੱਚੀ ਆਵਾਜ਼ ਵਿੱਚ ਗੱਜਦਿਆਂ ਹੋਇਆ ਸ਼ੰਖ ਵਜਾਇਆ। ਫਿਰ ਉੱਥੇ
ਚਾਰੇ ਪਾਸਿਓਂ ਸ਼ੰਖ ਨਗਾੜੇ ਢੋਲ ਗੌਮੁਖ ਆਦਿ ਬਹੁਤ ਸਾਰੇ ਵਾਜੇ ਵੱਜਣ ਲੱਗੇ, ਜਿਨ੍ਹਾਂ ਦੇ ਬਹੁਤ ਭਿਆਨਕ ਆਵਾਜ਼ ਹੋਈ ਡੰਡੀ। ਇਸ ਦੇ ਬਾਅਦ ਚਿੱਟੇ ਘੋੜਿਆਂ ਦੇ ਹੱਥ ਉੱਤੇ ਮੌਜੂਦ ਮਾਧਵ ਸ਼੍ਰੀ ਕ੍ਰਿਸ਼ਨ ਨੇ ਪੰਜ ਜਾਨਿਆਂ ਅਤੇ ਪਾਂਡਵ ਅਰਜੁਨ ਨੇ ਦੇਵਦੱਤ ਨਾਂ ਦੇ ਸ਼ੰਖ ਨੂੰ ਅਤੇ ਭਿਅੰਕਰ ਕੰਮ ਕਰਨ ਵਾਲੇ ਭੀਮ ਨੇ ਪੌਡਰ ਨਾਂ ਦੇ ਵੱਡੇ ਭਾਰੇ ਸ਼ੰਖ ਨੂੰ ਵਜਾਇਆ ਡੰਡੀ। ਕੁੰਤੀ ਪੁੱਤਰ ਰਾਜਾ ਧ੍ਰਿਸ਼ਟਰ ਨੇ ਅਨੰਤ ਵਿਜੇ, ਨਕੁਲ ਨੇ ਸੁਘੋਸ਼ ਅਤੇ ਸਹਿਦੇਵ ਨੇ ਮਨੀ ਪੁਸ਼ਪਕ ਅਤੇ ਮਹਾਧਨੁਸ਼ਧਰ, ਕਾਸ਼ੀ ਰਾਜ ਸ਼ਿਖੰਡੀ, ਧ੍ਰਿਸ਼ਟਿਧੁਮਾਨ, ਵਿਰਾਟ, ਅਪਰਾਜਿਤ, ਸ਼ਤਕੀ, ਰਾਜਾ ਦ੍ਰੋਪਦ ਅਤੇ ਦ੍ਰੋਪਦੀ ਦੇ ਪੰਜੇ ਪੁੱਤਰ ਅਤੇ ਮਹਾਬਾਹੂ ਅਭਿਮਨਯੂ, ਇਹਨਾਂ ਸਾਰਿਆਂ ਵੀਰਾਂ ਨੇ ਆਪਣੇ ਆਪਣੇ ਸ਼ੰਖਾਂ ਨੂੰ ਵਜਾਇਆ ਡੰਡੀ। ਉਹਨਾਂ ਸ਼ੰਖਾਂ ਦੇ ਭਾਰੀ ਆਵਾਜ਼ ਨਾਲ ਅਸਮਾਨ ਅਤੇ ਧਰਤੀ ਗੂੰਜ ਉੱਠੇ ਅਤੇ ਧ੍ਰਿਸ਼ਟਰਾਸ਼ਟਰ ਦੇ ਪੁੱਤਰਾਂ ਦੇ ਦਿਲ ਕੰਬ ਉੱਠੇ ਡੰਡੀ। ਹੇ ਰਾਜਾ, ਅਰਜੁਨ ਨੇ ਕੌਰਵਾਂ ਨੂੰ ਯੁੱਧ ਲਈ ਹਾਜ਼ਰ ਦੇਖ ਕੇ ਧਨੁਸ਼ ਉਠਾ ਕੇ ਸ਼੍ਰੀ ਕ੍ਰਿਸ਼ਨ ਨੂੰ ਕਿਹਾ, ਹੇ ਅਚਿਉਤ, ਮੇਰਾ ਰੱਥ ਦੋਨਾਂ ਸੈਨਾਵਾਂ ਦੇ ਵਿਚਕਾਰ ਖੜਾ ਕਰੋ ਡੰਡੀ, ਜਿਸ ਦੇ ਨਾਲ ਮੈਂ ਯੁੱਧ ਕਰਨ ਵਾਲਿਆਂ ਨੂੰ ਵੇਖ ਲਵਾਂ ਕਿ ਇਸ ਯੁੱਧ ਭੂਮੀ ਵਿੱਚ ਸਾਨੂੰ ਕਿਹਨਾਂ ਕਿਹਨਾਂ ਨਾਲ ਯੁੱਧ ਕਰਨਾ ਚਾਹੀਦਾ ਹੈ ਅਤੇ ਦੁਰਬੁੱਧੀ ਦੁਰਯੋਧਨ ਨਾਲ ਪਿਆਰ ਕਰਨ ਵਾਲੇ ਜਿਹੜੇ ਯੁੱਧ ਦੇ ਲਈ ਇੱਥੇ ਇਕੱਠੇ ਹੋਏ ਹਨ ਉਹਨਾਂ ਨੂੰ ਵੇਖਾਂਗਾ ਡੰਡੀ। ਸੰਜੇ ਨੇ ਕਿਹਾ, ਹੇ ਰਾਜਾ ਅਰਜੁਨ ਦੀ ਗੱਲ ਸੁਣ ਕੇ ਸ਼੍ਰੀ ਕ੍ਰਿਸ਼ਨ ਨੇ ਭੀਸ਼ਮ, ਦ੍ਰੋਣ ਆਦਿ ਵੀਰਾਂ ਦੇ ਸਾਹਮਣੇ ਉੱਤਮ ਰੱਥ ਨੂੰ ਖੜਾ ਕਰਕੇ ਕਿਹਾ, ਹੇ ਵੀਰ, ਯੁੱਧ ਲਈ ਤਿਆਰ ਇਸ ਕੌਰਵ ਸਮੂਹ ਨੂੰ ਵੇਖ ਲਓ। ਅਰਜੁਨ ਨੇ ਚਾਚਾ, ਬਾਬਾ, ਗੁਰੂ, ਮਾਮਾ, ਭਾਈ, ਪੁੱਤਰ, ਪੋਤਰੇ, ਮਿੱਤਰ, ਸਹੁਰਾ ਅਤੇ ਆਪਣੇ ਲੋਕਾਂ ਨੂੰ ਸ਼ਸਤਰਾਂ ਨਾਲ ਸੱਜ ਕੇ ਖੜੇ ਹੋਏ ਵੇਖਿਆ ਅਤੇ ਇਹਨਾਂ ਦੋਨਾਂ ਸੈਨਾਵਾਂ ਵਿੱਚ ਆਪਣੇ ਸਾਰਿਆਂ ਰਿਸ਼ਤੇਦਾਰਾਂ ਨੂੰ ਖੜਾ ਦੇਖ ਕੇ ਅਤੇ ਬਹੁਤ ਜ਼ਿਆਦਾ ਦਇਆ ਨਾਲ ਪਸੀਜ ਕੇ ਅਤੇ ਬਹੁਤ ਜ਼ਿਆਦਾ ਦੁੱਖ ਨਾਲ ਇਹ ਵਚਨ ਕਿਹਾ, ਹੇ ਕ੍ਰਿਸ਼ਨ, ਯੁੱਧ ਦੀ ਇੱਛਾ ਨਾਲ ਆਏ ਹੋਏ ਇਹਨਾਂ ਆਪਣਿਆਂ ਰਿਸ਼ਤੇਦਾਰਾਂ ਨੂੰ ਵੇਖ ਕੇ ਮੇਰੇ ਅੰਗ ਢਿੱਲੇ ਹੁੰਦੇ ਜਾਂਦੇ ਹਨ ਅਤੇ ਮੂੰਹ ਸੁੱਕਦਾ ਜਾ ਰਿਹਾ ਹੈ ਡੰਡੀ। ਮੇਰਾ ਸਰੀਰ ਬੇਕਾਬੂ ਹੁੰਦਾ ਹੈ ਡੰਡੀ। ਰੋਏ ਖੜੇ ਹੋ ਜਾਂਦੇ ਹਨ, ਗੰਡੀਵ ਧਨੁਸ਼ ਹੱਥ ਵਿੱਚੋਂ ਡਿੱਗਦਾ ਜਾਂਦਾ ਹੈ, ਚਮੜੀ ਸੜਦੀ ਜਾ ਰਹੀ ਹੈ ਡੰਡੀ। ਹੇ ਕੇਸ਼ਵ, ਮੇਰੇ ਵਿੱਚ ਇੱਥੇ ਖੜੇ ਰਹਿਣ ਦੀ ਸਮਰੱਥਾ ਨਹੀਂ ਹੈ ਡੰਡੀ। ਮੇਰਾ ਮਨ ਚੱਕਰ ਖਾ ਰਿਹਾ ਹੈ ਅਤੇ ਸਾਰੇ ਲੱਛਣ ਮੈਂ ਉਲਟੇ ਵੇਖ ਰਿਹਾ ਹਾਂ ਅਤੇ ਯੁੱਧ ਵਿੱਚ ਆਪਣਿਆਂ ਲੋਕਾਂ ਦੀ ਹੱਤਿਆ ਕਰਕੇ ਕੋਈ ਫਾਇਦਾ ਨਹੀਂ ਹੋਵੇਗਾ ਡੰਡੀ। ਹੇ ਕ੍ਰਿਸ਼ਨ, ਮੈਂ ਇਹਨਾਂ ਨੂੰ ਜਿੱਤ ਕੇ ਰਾਜ ਅਤੇ ਸੁੱਖ ਵੀ ਨਹੀਂ ਚਾਹੁੰਦਾ ਹਾਂ ਡੰਡੀ। ਹੇ ਪ੍ਰਭੂ, ਸਾਨੂੰ ਰਾਜ ਭੋਗ ਅਤੇ ਜੀਵਨ ਤੋਂ ਕੀ ਕੰਮ ਹੈ, ਕਿਉਂਕਿ ਜਿਨ੍ਹਾਂ ਲਈ ਰਾਜ ਭੋਗ ਅਤੇ ਸੁੱਖ ਦੀ ਇੱਛਾ ਕੀਤੀ ਜਾਂਦੀ ਹੈ ਉਹ ਸਾਰੇ ਇਸ ਯੁੱਧ ਵਿੱਚ ਜਾਨ ਅਤੇ ਧਨ ਦਾ ਮੋਹ ਛੱਡ ਕੇ ਮਰਨ ਨੂੰ ਤਿਆਰ ਹਨ ਅਤੇ ਆਚਾਰੀਆ, ਪਿਤਾ, ਪੁੱਤਰ, ਪਿਤਾਮਾ, ਮਾਤਾ, ਸਹੁਰਾ, ਪੋਤਰੇ, ਸਾਲੇ ਅਤੇ ਹੋਰ ਸੰਬੰਧੀ ਇਹ ਸਾਰੇ ਮੈਨੂੰ ਮਾਰਨ ਤਾਂ ਵੀ ਇਹ ਮਧੂਸੂਦਨ, ਮੈਂ ਇਹਨਾਂ ਨੂੰ ਮਾਰਨ ਦੀ ਇੱਛਾ ਨਹੀਂ ਕਰਾਵਾਂਗਾ। ਹੇ ਜਨਾਰਦਨ, ਤਰਲੋਕੀ ਦੇ ਰਾਜ ਲਈ ਮੈਂ ਇਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ, ਫਿਰ ਇਸ ਧਰਤੀ 'ਤੇ ਰਾਜ ਲਈ ਤਾਂ ਕੀ ਕਹਿਣਾ। ਹੇ ਜਨਾਰਦਨ,
ਧ੍ਰਿਸ਼ਟਾਸ਼ਟਰ ਦੇ ਪੁੱਤਰਾਂ ਨੂੰ ਮਾਰ ਕੇ ਸਾਡਾ ਕੀ ਭਲਾ ਹੋਵੇਗਾ ਡੰਡੀ। ਇਹਨਾਂ ਅਤਿਆਚਾਰੀਆਂ ਦੇ ਹੱਤਿਆ ਕਰਨ ਨਾਲ ਪਾਪ ਹੀ ਹੋਵੇਗਾ ਡੰਡੀ। ਇਸ ਲਈ ਸਾਡੇ ਲਈ ਆਪਣੇ ਭਰਾ ਧ੍ਰਿਸ਼ਟਾਸ਼ਟਰ ਦੇ ਪੁੱਤਰਾਂ ਨੂੰ ਮਾਰਨਾ ਗਲਤ ਹੈ। ਹੇ ਮਾਧਵ, ਆਪਣੇ ਲੋਕਾਂ ਨੂੰ ਮਾਰ ਕੇ ਕੀ ਅਸੀਂ ਸੁਖੀ ਹੋ ਸਕਦੇ ਹਾਂ? ਇਹ ਸਾਰੇ ਲਾਲਚ ਦੇ ਵਸ ਪਏ ਹੋਏ ਹਨ ਅਤੇ ਵੰਸ਼ ਦਾ ਨਾਸ਼ ਕਰਨ ਅਤੇ ਮਿੱਤਰ ਨਾਲ ਧਰੋਹ ਕਰਨ ਵਿੱਚ ਪਾਪ ਨਹੀਂ ਵੇਖਦੇ ਡੰਡੀ। ਵੰਸ਼ ਨਾਸ਼ ਦੇ ਦੋ ਦੋਸ਼ ਨੂੰ ਵੇਖਦਿਆਂ ਹੋਇਆਂ ਵੀ ਸਾਨੂੰ ਇਸ ਪਾਪ ਤੋਂ ਦੂਰ ਕਿਉਂ ਨਹੀਂ ਰਹਿਣਾ ਚਾਹੀਦਾ? ਕੁਲ ਦੇ ਨਸ਼ਟ ਹੋਣ ਨਾਲ ਕੁਲ ਦੇ ਪੁਰਾਣੇ ਧਰਮ ਨਸ਼ਟ ਹੋ ਜਾਂਦੇ ਹਨ ਡੰਡੀ। ਫਿਰ ਧਰਮ ਨਸ਼ਟ ਹੋਣ ਨਾਲ ਕੁਲ ਵਿੱਚ ਪਾਪ ਵੱਧਦਾ ਹੈ ਡੰਡੀ। ਹੇ ਕ੍ਰਿਸ਼ਨ, ਪਾਪ ਨਾਲ ਕੁਲ ਦੀਆਂ ਇਸਤਰੀਆਂ ਦੁਰਾਚਾਰਨੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਨਾਲ ਵਰਨ ਸ਼ੰਕਰ ਸੰਤਾਨਾਂ ਪੈਦਾ ਹੁੰਦੀਆਂ ਹਨ ਡੰਡੀ। ਉਹ ਵਰਨ ਸ਼ੰਕਰ ਜਿਨ੍ਹਾਂ ਪੁਰਸ਼ਾਂ ਨੇ ਕੁਲ ਨੂੰ ਨਸ਼ਟ ਕੀਤਾ ਹੈ, ਉਹ ਉਹਨਾਂ ਨੂੰ ਅਤੇ ਉਸ ਕੁਲ ਨੂੰ ਨਰਕ ਪਹੁੰਚਾਉਂਦੇ ਹਨ, ਕਿਉਂਕਿ ਸਰਾਧ ਤਰਪਣ ਆਦਿ ਬੰਦ ਹੋ ਜਾਂਦੇ ਹਨ ਡੰਡੀ। ਵਰਨ ਸ਼ੰਕਰ ਬਣਾਉਣ ਵਾਲੇ ਦੋਸ਼ਾਂ ਨਾਲ ਕੁਲ ਨਾਸ਼ਕਾਂ ਦੀ ਜਾਤ ਅਤੇ ਧਰਮ ਲਗਾਤਾਰ ਨਸ਼ਟ ਹੁੰਦੇ ਹਨ ਡੰਡੀ। ਹੇ ਜਨਾਰਦਨ, ਮੈਂ ਬਰਾਬਰ ਸੁਣਿਆ ਹੈ ਕਿ ਕੁਲ ਧਰਮ ਨਸ਼ਟ ਹੋਣ ਨਾਲ ਨਿਸ਼ਚੇ ਹੀ ਨਰਕਵਾਸ ਹੁੰਦਾ ਹੈ। ਹਾਏ, ਅਸੀਂ ਬਹੁਤ ਵੱਡਾ ਪਾਪ ਕਰਨ ਨੂੰ ਤਿਆਰ ਹਾਂ, ਜਿਹੜਾ ਕਿ ਰਾਜ ਸੁੱਖ ਦੇ ਲਾਲਚ ਨਾਲ ਆਪਣੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਡੰਡੀ। ਸ਼ਾਸਤਰਾਂ ਨੂੰ ਧਾਰਨ ਕੀਤੇ ਹੋਏ ਧ੍ਰਿਸ਼ਟਰਾਸ਼ਟਰ ਦੇ ਪੁੱਤਰ ਜੇ ਮੈਨੂੰ ਸ਼ਸਤਰ ਰਹਿਤ ਅਤੇ ਉਪਾਅਹੀਨ ਨੂੰ ਯੁੱਧ ਭੂਮੀ ਵਿੱਚ ਮਾਰ ਦੇਣ ਤਾਂ ਮੇਰਾ ਬਹੁਤ ਭਲਾ ਹੋਵੇਗਾ ਡੰਡੀ। ਸੰਜੇ ਨੇ ਕਿਹਾ, ਹੇ ਰਾਜਾ, ਇਹ ਕਹਿ ਕੇ ਅਤੇ ਬਹੁਤ ਜ਼ਿਆਦਾ ਦੁਖੀ ਹੋ ਕੇ ਅਰਜੁਨ ਨੇ ਉਸ ਵੇਲੇ ਹੀ ਆਪਣਾ ਧਨੁਸ਼ ਬਾਣ ਸੁੱਟ ਦਿੱਤਾ ਅਤੇ ਰੱਥ ਦੇ ਪਿਛਲੇ ਹਿੱਸੇ ਵਿੱਚ ਜਾ ਬੈਠੇ। ਸ਼੍ਰੀਮਦ ਭਗਵਤ ਗੀਤਾ ਦਾ ਪਹਿਲਾ ਅਧਿਆਇ ਸਮਾਪਤ।